So, dear students, today topic of discussion is material and store management. ਸੋ ਪ੍ਰੋਡਕਸ਼ਨ ਦੀ ਅਗਰ ਅਸੀਂ ਗੱਲ ਕਰੀਏ ਤਾਂ ਪ੍ਰੋਡਕਸ਼ਨ ਦਾ ਮਤਲਬ ਹੈ ਰॉ ਮਟੀਰੀਅਲ ਨੂੰ ਕਨਵਰਟ ਕਰਨਾ ਕਿਸੇ ਵੀ ਫਿਨਿਸ਼ਡ ਪ੍ਰੋਡਕਟ ਦੇ ਵਿੱਚ। ਸੋ ਇਹਦੇ ਲਈ ਅਸੀਂ ਕਾਫੀ ਸਾਰੇ ਰਿਸੋਰਸਿਸ ਨੂੰ ਯੂਜ਼ ਕਰਦੇ ਹਾਂ। ਜਿਹੜੇ ਵੀ ਮਟੀਰੀਅਲ ਦੀ ਲੋੜ ਹੁੰਦੀ ਹੈ ਪ੍ਰੋਡਕਸ਼ਨ ਦੇ ਲਈ ਉਹਨੂੰ ਅਸੀਂ ਨੋਰਮਲੀ ਸਟੋਰ ਕਰਕੇ ਰੱਖਦੇ ਹਾਂ ਆਪਣੇ ਵੇਅਰ ਹਾਊਸ ਦੇ ਵਿੱਚ। ਸੋ ਰੋ ਮਟੀਰੀਅਲਸ ਨੂੰ ਐਡਵਾਂਸ ਦੇ ਵਿੱਚ ਹੀ ਖਰੀਦਿਆ ਜਾਂਦਾ ਹੈ ਐਂਡ ਸਟੋਰ ਕੀਤਾ ਜਾਂਦਾ ਹੈ ਸਟੋਰਸ ਦੇ ਵਿੱਚ। ਹੁਣ ਮਟੀਰੀਅਲ ਮੈਨੇਜਮੈਂਟ ਦਾ ਕੀ ਰੋਲ ਹੈ ਮਟੀਰੀਅਲ ਪ੍ਰੋਵਾਈਡ ਕਰਨਾ ਘੱਟ ਕੋਸਟ 'ਤੇ। ਸੋ ਮਟੀਰੀਅਲ ਮੈਨੇਜਮੈਂਟ ਇੱਕ ਬੇਸਿਕ ਫੰਕਸ਼ਨ ਆ ਬਿਜ਼ਨਸ ਦਾ। ਮਟੀਰੀਅਲ ਜਿਹੜੇ ਨੇ ਉਹ ਕਾਫੀ ਐਕਸਪੈਂਡੀਚਰ ਕੰਜ਼ਿਊਮ ਕਰਦੇ ਨੇ, ਆਲਮੋਸਟ ਅਬਾਊਟ 25 to 70% ਆਫ ਸੇਲਸ ਟਰਨਓਵਰ। ਸੋ ਮਟੀਰੀਅਲ ਮੈਨੇਜਮੈਂਟ 'ਚ ਕਾਫੀ ਕੋਸਟਸ ਆਉਂਦੀਆਂ ਨੇ, ਜਿਵੇਂ ਕਿ ਇਨਵੈਂਟਰੀ ਦੀ ਕਾਸਟ ਆਫ ਸਟੋਰੇਜ, ਟਰਾਂਸਪੋਰਟੇਸ਼ਨ ਕਾਸਟ, ਇੰਸ਼ੋਰੈਂਸ, ਵੇਸਟੇਜ ਐਕਸੈਟਰਾ। ਸੋ ਮਟੀਰੀਅਲ ਮੈਨੇਜਮੈਂਟ ਕੀ ਹੈ? ਇੱਕ ਪਲੈਨਿੰਗ ਪ੍ਰੋਸੈਸ ਹੈ, ਡਾਇਰੈਕਟਿੰਗ ਪ੍ਰੋਸੈਸ ਹੈ, ਕੰਟਰੋਲਿੰਗ ਐਂਡ ਕੋਆਰਡੀਨੇਟਿੰਗ ਪ੍ਰੋਸੈਸ ਹੈ ਐਕਟੀਵਿਟੀਜ਼ ਦਾ, ਜਿਹੜੇ ਕਿ ਮਟੀਰੀਅਲ ਦੇ ਨਾਲ ਕੰਸਰਨਡ ਨੇ। ਮਟੀਰੀਅਲ ਮੈਨੇਜਮੈਂਟ ਡੀਲ ਕਰਦੀ ਹੈ controlling and regulating the flow of material in relation to changes in variables like demand, price, availability, quality, delivery schedule, etc. ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਐਡਵਾਂਟੇਜਸ ਆਫ ਮਟੀਰੀਅਲ ਮੈਨੇਜਮੈਂਟ। ਸਭ ਤੋਂ ਪਹਿਲੀ ਐਡਵਾਂਟੇਜ ਹੈ ਬੈਟਰ ਕੋਆਰਡੀਨੇਸ਼ਨ। ਬੈਟਰ ਕੋਆਰਡੀਨੇਸ਼ਨ ਦਾ ਮਤਲਬ ਹੈ ਕਿ ਮਟੀਰੀਅਲ ਨੂੰ ਆਪਾਂ ਸਟਾਕ ਦੇ ਵਿੱਚ ਕਿੰਨਾ ਰੱਖਣਾ ਹੈ ਐਂਡ ਸਟਾਕ ਦੇ ਵਿੱਚ ਰੱਖਦੇ ਹੋਏ ਅਸੀਂ ਜਿਹੜੀ ਕੋਸਟ ਹੈ ਉਹ ਕਿੱਦਾਂ ਮਿਨੀਮਮ ਰੱਖਣੀ ਹੈ। ਨੈਕਸਟ ਇਜ਼ ਬੈਟਰ ਅਕਾਊਂਟਿੰਗ। ਉਸ ਤੋਂ ਬਾਅਦ ਆਉਂਦਾ ਜੀ ਬੈਟਰ ਪਰਫਾਰਮੈਂਸ, ਬੈਟਰ ਅਕਾਊਂਟੇਬਿਲਿਟੀ, ਅਡੈਪਟੇਬਿਲਿਟੀ ਟੂ ਕੰਪਿਊਟਰਾਈਜ਼ਡ ਸਿਸਟਮ। ਕੰਪਿਊਟਰਾਈਜ਼ਡ ਸਿਸਟਮ ਦੇ ਨਾਲ ਅਡੈਪਟੇਬਿਲਿਟੀ ਵੀ ਹੁੰਦੀ ਹੈ। ਜਿਵੇਂ ਕਿ ਇੱਕ ਸਟੋਰ ਦੇ ਵਿੱਚ ਜਦੋਂ ਵੀ ਕੋਈ ਸਮਾਨ ਇਸ਼ੂ ਕਰਨ ਆਉਂਦਾ ਹੈ ਤਾਂ ਕੰਪਿਊਟਰ ਦੇ ਵਿੱਚ ਆਟੋਮੈਟਿਕਲੀ ਜਿਹੜਾ ਡਾਟਾ ਹੈ ਅਪਡੇਟ ਹੋ ਜਾਂਦਾ ਹੈ ਤੇ ਸਟਾਕ ਜਿੱਦਾਂ ਜਿੱਦਾਂ ਘਟਦੇ ਰਹਿੰਦੇ ਨੇ ਉਹਦਾ ਆਰਡਰ ਆਟੋਮੈਟਿਕਲੀ ਕਿਸੇ ਵੈਂਡਰ ਨੂੰ ਪਲੇਸ ਹੋ ਜਾਂਦਾ ਹੈ ਜਦੋਂ ਵੀ ਕੁਆਂਟੀਟੀ ਉਹਦੀ ਘਟ ਜਾਂਦੀ ਹੈ। ਸੋ ਨੈਕਸਟ ਇਜ਼ ਆਬਜੈਕਟਿਵਸ ਆਫ ਮਟੀਰੀਅਲ ਮੈਨੇਜਮੈਂਟ। ਮਟੀਰੀਅਲ ਮੈਨੇਜਮੈਂਟ ਦੇ ਆਬਜੈਕਟਿਵਸ ਕੀ ਨੇ? ਸਭ ਤੋਂ ਪਹਿਲਾ ਐਂਡ ਮੇਨ ਆਬਜੈਕਟਿਵ ਹੈ ਟੂ ਮਿਨੀਮਾਈਜ਼ ਦੀ ਇਨਵੈਸਟਮੈਂਟ ਇਨ ਮਟੀਰੀਅਲਸ। ਮਟੀਰੀਅਲ ਦੇ ਵਿੱਚ ਜਿਹੜੀ ਇਨਵੈਸਟਮੈਂਟ ਲੱਗਦੀ ਹੈ ਉਹਨੂੰ ਘੱਟ ਤੋਂ ਘੱਟ ਰੱਖਣਾ। ਨੈਕਸਟ ਇਜ਼ ਟੂ ਕੀਪ ਸਫੀਸ਼ੀਐਂਟ ਮਟੀਰੀਅਲਸ ਫॉर ਸਮੂਥ ਪ੍ਰੋਡਕਸ਼ਨ। ਮਟੀਰੀਅਲਸ ਜਿਹੜੇ ਰॉ ਮਟੀਰੀਅਲਸ ਨੇ ਆਪਣੇ ਸਟੋਰ ਦੇ ਵਿੱਚ ਆਪਣੇ ਵੇਅਰ ਹਾਊਸ ਦੇ ਵਿੱਚ ਇੰਨੇ ਕੁ ਸਫੀਸ਼ੀਐਂਟ ਰੱਖਣਾ ਕਿ ਜਿਹੜੀ ਪ੍ਰੋਡਕਸ਼ਨ ਲਾਈਨ ਹੈ ਉਹਦੇ ਤੇ ਇਫੈਕਟ ਨਾ ਪਵੇ ਔਰ ਪ੍ਰੋਡਕਸ਼ਨ ਲਾਈਨ ਕੰਟੀਨਿਊਸਲੀ ਜਿਹੜੀ ਆ ਉਹ ਚੱਲਦੀ ਰਹੇ। ਨੈਕਸਟ ਇਜ਼ ਟੂ ਮਿਨੀਮਾਈਜ਼ ਦੀ ਕੈਰਿੰਗ ਕਾਸਟ ਆਫ ਇਨਵੈਂਟਰੀ। ਇਨਵੈਂਟਰੀ ਨੂੰ ਕੈਰੀ ਕਰਨ ਦੇ ਲਈ ਵੀ ਇੱਕ ਕਾਸਟ ਲੱਗਦੀ ਹੈ। ਫੋਰ ਐਗਜ਼ਾਮਪਲ ਅਗਰ ਅਸੀਂ ਇੱਕ ਰੂਮ ਦੇ ਵਿੱਚ ਵੈਜੀਟੇਬਲਸ ਜਾਂ ਫਿਰ ਫਰੂਟਸ ਨੂੰ ਪ੍ਰੋਕਿਓਰ ਕਰਦੇ ਹਾਂ ਤੇ ਉਹਨਾਂ ਨੂੰ ਪ੍ਰੋਕਿਓਰ ਕਰਨ ਦੇ ਲਈ ਇਲੈਕਟ੍ਰਿਸਿਟੀ ਦੀ ਰਿਕੁਆਇਰਮੈਂਟ ਲੱਗਦੀ ਹੈ, ਜਿੱਦਾਂ ਕੋਲਡ ਸਟੋਰੇਜ ਦੇ ਵਿੱਚ ਆਪਾਂ ਕਾਫੀ ਸਾਰੇ ਪ੍ਰੋਡਕਟਸ ਨੂੰ ਸਟੋਰ ਕਰਦੇ ਹਾਂ। ਸੋ ਉਸ ਕੈਰਿੰਗ ਕਾਸਟ ਨੂੰ ਮਿਨੀਮਾਈਜ਼ ਰੱਖਣਾ ਵੀ ਇੱਕ ਆਬਜੈਕਟਿਵ ਹੈ ਮਟੀਰੀਅਲ ਮੈਨੇਜਮੈਂਟ ਦਾ। ਨੈਕਸਟ ਇਜ਼ ਟੂ ਰਿਡਿਊਸ ਲਾਸਿਸ ਆਫ ਥੈਫਟ ਐਂਡ ਵੇਸਟੇਜ। ਥੈਫਟ ਦੇ ਐਂਡ ਵੇਸਟੇਜ ਦੇ ਜਿਹੜੇ ਲਾਸਿਸ ਆ ਉਹਨਾਂ ਨੂੰ ਘੱਟ ਤੋਂ ਘੱਟ ਰੱਖਣਾ। ਨੈਕਸਟ ਇਜ਼ ਟੂ ਮੀਟ ਦੀ ਪ੍ਰੋਡਕਸ਼ਨ ਟਾਰਗੇਟਸ ਇਨ ਟਾਈਮ। ਜਿਹੜੇ ਪ੍ਰੋਡਕਸ਼ਨ ਦੇ ਟਾਰਗੇਟਸ ਨੇ ਉਹਨਾਂ ਨੂੰ ਅਸੀਂ ਮੀਟ ਕਰਨਾ ਟਾਈਮ ਦੇ ਵਿੱਚ। ਟੂ ਮੈਕਸੀਮਾਈਜ਼ ਦੀ ਪ੍ਰੋਫਿਟੇਬਿਲਿਟੀ, ਜਿਹੜੀ ਪ੍ਰੋਫਿਟੇਬਿਲਿਟੀ ਹੈ ਉਹਨੂੰ ਮੈਕਸੀਮਾਈਜ਼ ਕਰਕੇ ਰੱਖਣਾ। ਸੋ ਇਹ ਸਾਰੇ ਜਿਹੜੇ ਨੇ ਓਬਜੈਕਟਿਵਸ ਨੇ ਮਟੀਰੀਅਲ ਮੈਨੇਜਮੈਂਟ ਦੇ। ਸੋ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਫੰਕਸ਼ਨਸ ਆਫ ਮਟੀਰੀਅਲ ਮੈਨੇਜਮੈਂਟ। ਮਟੀਰੀਅਲ ਮੈਨੇਜਮੈਂਟ ਦੇ ਮੇਨਲੀ 4 ਫੰਕਸ਼ਨ ਨੇ। ਫਸਟ ਇਜ਼ ਮਟੀਰੀਅਲ ਪਲੈਨਿੰਗ। ਸੋ ਮਟੀਰੀਅਲ ਪਲੈਨਿੰਗ ਦੇ ਵਿੱਚ ਸੇਲਸ ਦੀ ਫੋਰਕਾਸਟ ਆ ਜਿਹੜੀ ਉਹ ਕੀਤੀ ਜਾਂਦੀ ਹੈ, ਲਾਈਕ ਕਿੰਨੀ ਸੇਲ ਹੋਊਗੀ ਐਂਡ ਉਹਦੇ ਬੇਸਿਸ 'ਤੇ ਕੁਝ ਟਾਸਕ ਨੇ ਜਿਹੜੇ ਉਹ ਪਰਫਾਰਮ ਕੀਤੇ ਜਾਂਦੇ ਨੇ, ਲਾਈਕ ਮਟੀਰੀਅਲ ਦੇ ਬਜਟ ਨੂੰ ਪ੍ਰਿਪੇਅਰ ਕਰਨਾ ਕਿ ਅਸੀਂ ਘੱਟ ਤੋਂ ਘੱਟ ਮਟੀਰੀਅਲ ਲਈ ਇੰਨੀ ਅਮਾਊਂਟ ਸਪੈਂਡ ਕਰਨੀ ਹੀ ਕਰਨੀ ਹੈ ਹਰ ਹਾਲਤ ਦੇ ਵਿੱਚ। ਦੈਨ ਸ਼ਡਿਊਲਿੰਗ ਆਫ ਆਰਡਰਸ। ਇਹਦਾ ਮਤਲਬ ਆ ਕਿ
ਆਪਾਂ ਕਿਹੜਾ ਪਾਰਟ ਕਦੋਂ ਆਰਡਰ ਕਰਨਾ ਹੈ, ਇਸ ਚੀਜ਼ ਨੂੰ ਅਸੀਂ ਪਲਾਨ ਕਰਨਾ ਹੈ। ਦੈਨ ਫੋਰਕਾਸਟ ਕਰਨਾ ਇੰਡੀਵਿਜੂਅਲੀ ਰਿਕੁਆਇਰਮੈਂਟ ਆਫ ਪਾਰਟਸ ਜਾਂ ਫਿਰ ਆਈਟਮਸ ਨੂੰ। ਦੈਨ ਇਹ ਵੀ ਮੋਨੀਟਰ ਕਰਨਾ ਕਿ ਸੇਲਸ ਕਿੰਨੀ ਹੋ ਰਹੀ ਹੈ ਐਂਡ ਉਹਦੇ ਅਕੋਰਡਿੰਗਲੀ ਨੈਕਸਟ ਲੋਟ ਆਫ ਰੋ ਮਟੀਰੀਅਲ ਹੈ ਜਿਹੜਾ ਅਸੀਂ ਕਿੰਨਾ ਮੰਗਵਾਉਣਾ ਹੈ। ਸੋ ਨੈਕਸਟ ਫੰਕਸ਼ਨ ਇਜ਼ ਮਟੀਰੀਅਲ ਪਰਚੇਜ਼ਿੰਗ। ਪਰਚੇਜ਼ਿੰਗ ਹੈ ਜਿਹੜੀ ਉਹ 50% ਤੋਂ ਜ਼ਿਆਦਾ ਟੋਟਲ ਐਕਸਪੈਂਡੀਚਰ ਦਾ ਜਿਹੜੀ ਆ ਉਹ ਕੈਰੀ ਕਰਦੀ ਹੈ। ਸੋ ਪਰਚੇਜ਼ ਕਰਨ ਤੋਂ ਪਹਿਲਾਂ ਕੁਝ ਗੱਲਾਂ ਨੋਟ ਕਰਨੀਆਂ ਹੁੰਦੀਆਂ ਨੇ, ਜਿਵੇਂ ਕਿ ਕਿਹੜੇ ਕੰਪੋਨੈਂਟਸ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਫੈਕਟਰੀ ਦੇ ਵਿੱਚ ਬਣਾ ਸਕਦੇ ਹਾਂ, ਬੇਸਡ ਔਨ ਕਿਹੜੇ ਕਿਹੜੇ ਰਿਸੋਰਸਿਸ, ਕਿਹੜੀਆਂ ਕਿਹੜੀਆਂ ਮਸ਼ੀਨਰੀਜ਼ ਸਾਡੀ ਫੈਕਟਰੀ ਦੇ ਵਿੱਚ ਅਵੇਲੇਬਲ ਨੇ, ਐਂਡ ਕਿਹੜੇ ਪਾਰਟਸ ਸਾਨੂੰ ਬਾਹਰੋਂ ਮੰਗਵਾਉਣ ਦੀ ਲੋੜ ਹੈ। ਸੋ ਪਰਚੇਜ਼ਿੰਗ ਦੇ ਵਿੱਚ ਕੁਝ ਪੈਰਾਮੀਟਰਸ ਹੁੰਦੇ ਨੇ, ਜਿਵੇਂ ਕਿ ਪਰਚੇਜ਼ਿੰਗ ਆਈਟਮਸ ਦੇ ਵਿੱਚ ਰਾਈਟ ਪ੍ਰਾਈਸ ਮਿਲਣਾ, ਰਾਈਟ ਕੁਆਲਿਟੀ ਮਿਲਣਾ, ਸਹੀ ਟਾਈਮ ਤੇ ਮਿਲਣਾ ਐਂਡ ਸਹੀ ਸਪਲਾਇਰ ਤੋਂ ਮਿਲਣਾ ਐਂਡ ਐਟ ਲਾਸਟ ਸਹੀ ਕੁਆਂਟੀਟੀ ਦੇ ਵਿੱਚ ਮਿਲਣਾ। ਮੰਨ ਲਓ ਸਾਨੂੰ 100 ਪੀਸ ਚਾਹੀਦੇ ਆ, ਅਗਰ ਸਾਨੂੰ ਕੁਆਂਟੀਟੀ ਸਹੀ ਨਹੀਂ ਮਿਲ ਰਹੀ ਤਾਂ ਉਹ ਚੀਜ਼ ਜਿਹੜੀ ਆ ਅਗੇਨ ਐਜ਼ ਅ ਲਾਸ ਹੀ ਨਿਕਲਦੀ ਹੈ ਕੰਪਨੀ ਦੇ ਲਈ। ਸੋ ਜਿਹੜਾ ਨੈਕਸਟ ਫੰਕਸ਼ਨ ਹੈ ਦੈਟ ਇਜ਼ ਸਟੋਰ ਮੈਨੇਜਮੈਂਟ। ਸਟੋਰ ਮੈਨੇਜਮੈਂਟ ਜਿਹੜੀ ਹੈ ਉਹ ਰਿਸਪੋਂਸੀਬਲ ਹੈ ਫੋਰ ਸਟੋਰੇਜ ਆਫ ਰॉ ਮਟੀਰੀਅਲ ਐਂਡ ਉਹਨੂੰ ਇਸ਼ੂ ਕਰਨਾ ਟੂ ਦੀ ਰਿਸਪੈਕਟਿਵ ਡਿਪਾਰਟਮੈਂਟਸ ਜਦੋਂ ਉਹਨਾਂ ਨੂੰ ਕਿਸੇ ਵੀ ਰॉ ਮਟੀਰੀਅਲ ਦੀ ਲੋੜ ਪਵੇ। ਸਟੋਰ ਕੀਪਿੰਗ ਦੇ ਵਿੱਚ ਇੱਕ ਪਰਸਨ ਦੀ ਰਿਸਪੋਂਸਿਬਿਲਿਟੀ ਹੁੰਦੀ ਹੈ ਟੂ ਇਨਸ਼ੋਰ ਕਿ ਪ੍ਰੋਪਰ ਰਿਕਾਰਡ ਹੋਵੇ ਹਰ ਚੀਜ਼ ਦਾ, ਕਿਹੜੀ ਚੀਜ਼ ਕਦੋਂ ਇਸ਼ੂ ਹੋਈ, ਕਿਹੜੀ ਚੀਜ਼ ਕਦੋਂ ਮੰਗਵਾਈ ਗਈ, ਸਟੇਸ਼ਨਰੀ ਆ, ਫਰਨੀਚਰ ਆ, ਫਿਕਸਚਰਸ ਆ, ਟੂਲਸ ਆ, ਇਹ ਸਾਰਾ ਕੁਝ ਜਿਹੜਾ ਹੈ ਇੱਕ ਰਿਕਾਰਡ ਦੇ ਵਿੱਚ ਮੇਨਟੇਨ ਕਰਕੇ ਰੱਖਿਆ ਜਾਂਦਾ ਹੈ। ਸੋ ਨੈਕਸਟ ਇਜ਼ ਇਨਵੈਂਟਰੀ ਕੰਟਰੋਲ। ਇਨਵੈਂਟਰੀ ਕੰਟਰੋਲ ਦੇ ਵਿੱਚ ਸਾਡੇ ਕੋਲ ਇੱਕ ਲਿਸਟ ਆਫ ਗੁੱਡਸ ਐਂਡ ਮਟੀਰੀਅਲਸ ਹੁੰਦੀ ਹੈ, ਜਿਹਦੇ ਵਿੱਚ ਅਵੇਲੇਬਲ ਸਟਾਕ ਹੈ ਜਿਹੜਾ ਉਹ ਮੈਂਸ਼ਨ ਕੀਤਾ ਜਾਂਦਾ ਹੈ ਕਿ ਫਲਾਣਾ ਪਾਰਟ ਹੈ ਜਿਹੜਾ ਕਿੰਨੀ ਕੁਆਂਟੀਟੀ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੈ। ਇਨਵੈਂਟਰੀ ਕੰਟਰੋਲ 'ਚ ਕਿਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਅਸੀਂ ਇਨਵੈਂਟਰੀ ਨਾ ਮੰਗਵਾ ਲਈਏ ਰॉ ਮਟੀਰੀਅਲ ਦੀ ਐਂਡ ਬਹੁਤ ਘੱਟ ਵੀ ਨਾ ਹੋਵੇ ਤਾਂ ਕਿ ਜਿਹੜੀ ਪ੍ਰੋਡਕਸ਼ਨ ਹੈ ਉਹ ਰੁਕ ਜਾਵੇ। ਸੋ ਇਨਵੈਂਟਰੀ ਕੰਟਰੋਲ ਦੇ ਵਿੱਚ ਬੇਸਿਕਲੀ ਅਸੀਂ ਪ੍ਰੋਪਰ ਰॉ ਮਟੀਰੀਅਲ ਨੂੰ ਮੇਨਟੇਨ ਕਰਕੇ ਰੱਖਦੇ ਹਾਂ। ਸੋ ਸਟੂਡੈਂਟਸ ਇਹ ਸੀ ਸਾਡੇ ਅੱਜ ਦੇ ਟੌਪਿਕ, ਜਿਹਦੇ ਵਿੱਚ ਅਸੀਂ ਡਿਸਕਸ ਕੀਤਾ ਕਿ ਮਟੀਰੀਅਲ ਮੈਨੇਜਮੈਂਟ ਕੀ ਹੈ, ਮਟੀਰੀਅਲ ਮੈਨੇਜਮੈਂਟ ਦੇ ਐਡਵਾਂਟੇਜਸ ਕੀ ਨੇ, ਉਹਨਾਂ ਦੇ ਫੰਕਸ਼ਨਸ ਕੀ ਨੇ। ਸੋ ਆਪਣੇ ਨੈਕਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਟੈਕਨੀਕਸ ਦੇ ਜਿਹਦੀ ਹੈਲਪ ਦੇ ਨਾਲ ਅਸੀਂ ਮਟੀਰੀਅਲ ਮੈਨੇਜਮੈਂਟ ਨੂੰ ਫੀਜ਼ੀਬਲ ਕਰਦੇ ਹਾਂ। ਸੋ ਥੈਂਕ ਯੂ।